प्रथम भगवती सिमर कै गुरु नानक लई ध्याए। फेर अंगद गुर ते अमरदास रामदास होई सहाय। हर जन हर गोबिंद नो सिमरो श्री हर राय। श्री हर कृष्ण ध्याइयै जिस डिठे सब दुख जाए। श्री हर कृष्ण ध्याइयै जिस डिठे सब दुख जाए। तेक बहादुर सिमरैया घर नौ निध आवै धाए। सब थाई होए सहाय। मन चाओ भया प्रभ आगम सुनया। हर मंगल गाओ सखी गृह मंदिर बनया। सुखाओ टल गुर सेवियै ऐनिस सहज सुभाए। दर्शन परसै गुरु कै जन्म मरण दुख जाए। सिफत समधि ढूर अरसों कुरसों चटी है। डिठे सच्चे पातशाह मल जन्म जन्म दी कटी है। डिठे सच्चे पातशाह मल जन्म जन्म दी कटी है। सतनाम श्री वाहिगुरु साहिब जीओ। आसा कहा भयो जो तन भयो छिन छिन। प्रेम जाए तो डर पे तेरो जन। तुझे चरण अरविंद पवन माना। पान परत पायो पायो रमैया तन। कहाँ भयो जो तन भयो छिन छिन। वाहिगुरु जी का खालसा वाहिगुरु जी की फतेह। पतत पावन किरपा निधान गरीब नवाज सतगुरु गुरु ग्रंथ साहिब पातशाह जियां दी पवित्र पावन हजूरी अंदर विराजमान हो रही गुरु की संगत। सतगुरां ने किरपा कीती है अमृत वेले तो सुभागे समय बख्शिश करदियां होया सत संगत दीयां घड़ियां दा सुभाग बख्शिश कीता है। अज आपां नूं बाला प्रीतम धन धन सतगुरु गुरु हरकृष्ण पातशाह महाराज साहब जियां दे प्रकाश दिहाड़े जो हानू प्राप्त हो रहे ने। अज दे दिन कीरतपुर साहब की धरती नूं भाग लाउंदियां पातशाह जियां ने अवतार लिया है सतगुरु रहमत करन। सानू गुरबाणी पढ़न की समर्था नाम जपण की बल बुद्धि पातशाह जी बख्शिश करन। सो पातशाह जियां दे अवतार पुरब की विचार भी आपां सरवण करांगे। पर उस तो पहला जो लड़ीवार गुरबाणी की कथा विचार आपां सरवण करते हाँ। कुछ मिनटां वास्ते जो सतगुरु जी अज सानू शब्द बख्शिश कर रहे हैं उसकी विचार सरवण करिए।
ਸਰੀਰ ਕਰਕੇ ਬੈਠੇ ਆ ਮਹਾਰਾਜ ਦੀ ਹਜ਼ੂਰੀ ਵਿੱਚ, ਆਓ ਮਨ ਕਰਕੇ ਵੀ ਬੈਠੀਏ, ਬੜੀ ਭਾਵਨਾ ਦੇ ਨਾਲ ਇਸ ਉਪਦੇਸ਼ ਨੂੰ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਰਾਗ ਦੇ ਅੰਦਰ ਸਾਹਿਬ ਭਗਤ ਰਵਿਦਾਸ ਜੀਆਂ ਦਾ ਇਹ ਆਪਾਂ ਨੂੰ ਸ਼ਬਦ ਪ੍ਰਾਪਤ ਹੋ ਰਿਹਾ ਹੈ। ਗੁਰਮੁਖੋ, ਭਗਤ ਰਵਿਦਾਸ ਜੀ ਆਪਣੇ ਜੀਵਨ ਦੇ ਵਿੱਚ ਚਮੜੇ ਦਾ ਕੰਮ ਕਰਦੇ ਸਨ, ਜੁੱਤੀਆਂ ਗੰਢਣ ਦਾ ਕੰਮ ਕਰਦੇ। ਭਗਤ ਰਵਿਦਾਸ ਜੀ ਇੱਕ ਪੱਥਰ ਉਹਨਾਂ ਦੇ ਕੋਲ ਜਿਹੜਾ 10-12 ਕਿਲੋ ਵਜਨ ਦੇ ਵਿੱਚ ਭਾਰਾ ਹੈ, ਉਸ ਪੱਥਰ ਦੇ ਉੱਪਰ ਰੱਖ ਕੇ ਜੁੱਤੀਆਂ ਨੂੰ ਸੀਆ ਕਰਦੇ, ਜੁੱਤੀਆਂ ਨੂੰ ਗੰਢਿਆ ਕਰਦੇ। ਪਰ ਉਹ ਜਿਹੜਾ ਪੱਥਰ ਹੈ ਉਹ ਠਾਕੁਰ ਦੀ ਮੂਰਤੀ ਵਰਗਾ ਸੀ। ਕੁਦਰਤੀ ਤੌਰ 'ਤੇ ਉਸ ਪੱਥਰ ਦੀ ਜਿਹੜੀ ਘਾੜਤ ਹੈ ਨਾ, ਦੇਖ ਜਿਹੜੀ ਉਸ ਪੱਥਰ ਦੀ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਮੂਰਤੀ ਪਈ ਹੋਵੇ। ਪਰ ਭਗਤ ਜੀ ਤੇ ਆਪਣੇ ਕੰਮ ਦੇ ਵਿੱਚ ਮਗਨ ਨੇ, ਨਾਮ ਜਪਦੇ ਨਾਲ ਨਾਲ ਉਸ ਪੱਥਰ ਦੇ ਉੱਪਰ ਰੱਖ ਕੇ ਜੁੱਤੀਆਂ ਗੰਢਿਆ ਕਰਦੇ। ਇੱਕ ਦਿਨ ਭਗਤ ਜੀਆਂ ਦੇ ਕੋਲ ਇੱਕ ਵੈਸ਼ਨੋ ਮਤ ਦਾ ਸਾਧ, ਇੱਕ ਵੈਸ਼ਨੋ ਮਤ ਦਾ ਵਿਅਕਤੀ ਆ ਗਿਆ। ਉਹਨੇ ਭਗਤ ਜੀਆਂ ਨੂੰ ਆਖਿਆ, ਮੇਰੀ ਜੁੱਤੀ ਟੁੱਟੀ ਹੈ, ਕਿਰਪਾ ਕਰਕੇ ਇਸ ਨੂੰ ਗੰਢ ਦਿਓ। ਜਿਸ ਵੇਲੇ ਭਗਤ ਰਵਿਦਾਸ ਜੀ ਉਹ ਜੁੱਤੀ ਗੰਢਣ ਲੱਗ ਪਏ ਤੇ ਉਹ ਕੁਝ ਸਮਾਂ ਵੈਸ਼ਨੋ ਮਤ ਦਾ ਵਿਅਕਤੀ ਜਿਹੜਾ ਨਾ ਬੈਠ ਗਿਆ ਕੋਲ, ਤੇ ਉਸ ਦੀ ਨਿਗਾਹ ਜਿਹੜੀ ਹੈ ਉਹ ਚਲਦਿਆਂ ਚਲਦਿਆਂ ਉਸ ਪੱਥਰ 'ਤੇ ਆ ਕੇ ਪਈ ਜਿਹਦੇ ਉੱਪਰ ਰੱਖ ਕੇ ਜੁੱਤੀਆਂ ਗੰਢਦੇ ਪਏ ਸਨ। ਉਹਨੇ ਮਨ ਵਿੱਚ ਸੋਚਿਆ ਵੀ ਇਹ ਤੇ ਠਾਕੁਰ ਦੀ ਮੂਰਤੀ ਵਾਲਾ ਪੱਥਰ ਹੈ, ਇਹ ਤੇ ਬੜਾ ਭਾਰੀ ਨਰਾਦਰ ਹੋ ਰਿਹਾ ਠਾਕੁਰ ਜੀਆਂ ਦਾ, ਵੀ ਉਹਨਾਂ ਦੇ ਉੱਪਰ ਰੱਖ ਕੇ ਮੂਰਤੀਆਂ ਗੰਢੀਆਂ ਜਾ ਰਹੀਆਂ ਨੇ, ਵਾਹਿਗੁਰੂ ਜੀ ਜੁੱਤੀਆਂ ਗੰਢੀਆਂ ਜਾ ਰਹੀਆਂ ਨੇ। ਉਸ ਵੇਲੇ ਉਸ ਵੈਸ਼ਨੋ ਮਤ ਦੇ ਵਿਅਕਤੀ ਨੇ ਭਗਤ ਰਵਿਦਾਸ ਜੀਆਂ ਨੂੰ ਆਖਿਆ, ਕਹਿਣ ਲੱਗੇ ਵੀ ਆਹ ਜੋ ਪੱਥਰ ਹੈ ਜਿਹਦੇ ਉੱਪਰ ਰੱਖ ਕੇ ਤੁਸੀਂ ਜੁੱਤੀਆਂ ਗੰਢਦੇ ਹੋ, ਪੱਥਰ ਮੈਨੂੰ ਦੇ ਦਿਓ। ਜਿੰਨੀ ਮਾਇਆ ਬਣਦੀ ਹੈ ਇਹਦੀ ਵੱਟੇ ਦੀ ਮਾਇਆ ਮੇਰੇ ਕੋਲੋਂ ਲੈ ਲਵੋ। ਮਨ ਵਿੱਚ ਸੋਚਿਆ ਵੀ ਮੈਂ ਘਰ ਵਿੱਚ ਲੈ ਜਾਵਾਂਗਾ, ਪੂਜਾ ਕਰਾਂਗਾ। ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਇਹ ਪੱਥਰ ਵੇਚਣ ਵਾਸਤੇ ਨਹੀਂ ਹੈ, ਇਹਦੇ ਨਾਲ ਮੇਰੀ ਰੋਜੀ ਰੋਟੀ ਚੱਲਦੀ ਹੈ, ਮੈਂ ਇਹਦੇ ਉੱਪਰ ਰੱਖ ਕੇ ਸੋ ਜੁੱਤੀਆਂ ਨੂੰ ਗੰਢਦਾ ਹਾਂ। ਸੋ ਕਈ ਵਾਰ ਉਸ ਵਿਅਕਤੀ ਨੇ ਆਖਿਆ, ਪਰ ਭਗਤ ਰਵਿਦਾਸ ਜੀ ਨਹੀਂ ਮੰਨੇ ਤੇ ਉਹ ਆਪਣੇ ਘਰ ਨੂੰ ਚਲਾ ਗਿਆ। ਕੁਝ ਸਮਾਂ ਬਤੀਤ ਹੋਇਆ, ਭਗਤ ਰਵਿਦਾਸ ਜੀਆਂ ਦੇ ਘਰ ਦੇ ਵਿੱਚ ਕੁਝ ਭਗਤ ਆ ਗਏ, ਕੋਈ ਰੱਬ ਦੇ ਨਾਮ ਨੂੰ ਜਪਣ ਵਾਲੇ ਸਾਧੂ ਆ ਗਏ। ਹੁਣ ਭਗਤ ਰਵਿਦਾਸ ਜੀ ਚਾਹੁੰਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਪਰ ਘਰ ਦੇ ਵਿੱਚ ਮਾਇਆ ਨਹੀਂ ਹੈ। ਮਾਇਆ ਨਾ ਹੋਣ ਕਾਰਨ ਕਰਕੇ ਕਈ ਯਤਨ ਕੀਤੇ, ਪਰ ਯਤਨ ਕੋਈ ਸਫਲਾ ਨਾ ਹੋਇਆ। ਉਸ ਵੇਲੇ ਭਗਤ ਰਵਿਦਾਸ ਜੀਆਂ ਨੂੰ ਗੱਲ ਚੇਤੇ ਆਈ ਵੀ ਇੱਕ ਵਿਅਕਤੀ ਮੇਰੇ ਕੋਲ ਆਇਆ ਸੀ, ਉਹ ਕਹਿੰਦਾ ਸੀ ਵੀ ਇਹ ਜੁੱਤੀਆਂ ਗੰਢਣ ਵਾਲਾ ਪੱਥਰ ਮੈਨੂੰ ਦੇ ਦੇ, ਮੈਂ ਤੈਨੂੰ ਮਾਇਆ ਦੇਵਾਂਗਾ। ਤੇ ਭਗਤ ਰਵਿਦਾਸ ਜੀ ਫਿਰ ਉਹ ਪੱਥਰ ਚੁੱਕ ਕੇ ਉਸ ਦੇ ਘਰ ਵਿੱਚ ਚਲੇ ਗਏ। ਕਹਿਣ ਲੱਗੇ, ਲੈ ਭਾਈ ਪਿਆਰਿਆ, ਤੂੰ ਮੰਗਦਾ ਸੀ ਮੈਂ ਤੈਨੂੰ ਦਿੰਦਾ ਨਹੀਂ ਸੀ, ਪਰ ਅੱਜ ਮੈਨੂੰ ਮਾਇਆ ਦੀ ਲੋੜ ਪੈ ਗਈ ਹੈ, ਤੂੰ ਇਹ ਪੱਥਰ ਲੈ ਲਾ ਤੇ ਮੈਨੂੰ ਮਾਇਆ ਦੇ ਦੇ। ਉਸ ਵੇਲੇ ਉਸ ਵਿਅਕਤੀ ਨੇ ਜੋ ਸਮੇਂ ਦੇ ਮੁਤਾਬਕ ਮਾਇਆ ਬਣਦੀ ਸੀ ਉਹ ਭਗਤ ਰਵਿਦਾਸ ਜੀਆਂ ਨੂੰ ਦੇ ਦਿੱਤੀ ਔਰ ਪੱਥਰ ਆਪਣੇ ਘਰ ਦੇ ਵਿੱਚ ਰੱਖ ਲਿਆ। ਪੱਥਰ ਦਾ ਇਸ਼ਨਾਨ ਕਰਾ ਕੇ ਪੂਜਾ ਕੀਤੀ, ਫੁੱਲ ਅਰਪੇ ਗਏ, ਧੂਪ ਵਗੈਰਾ ਲਾਈ ਗਈ, ਸਾਰਾ ਕੁਝ ਕੀਤਾ ਇਸ ਵਿਅਕਤੀ ਨੇ ਕਿ ਮੈਂ ਠਾਕੁਰ ਦੀ ਪੂਜਾ ਵਿੱਚ ਬੜਾ ਕਾਮਯਾਬ ਹੋ ਗਿਆ ਹਾਂ। ਠਾਕੁਰ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆ ਗਿਆ। ਜਦੋਂ ਰਾਤ ਪਈ ਤੇ ਠਾਕੁਰ ਜੀ ਇਸ ਵਿਅਕਤੀ ਦੇ ਛਾਤੀ ਤੇ ਚੜ੍ਹ ਕੇ ਕਹਿਣ ਲੱਗੇ ਵੀ ਇਹ ਕੀ ਕੀਤਾ ਤੂੰ? ਮੈਂ ਭਗਤ ਜੀ ਦੇ ਕੋਲ ਹੀ ਠੀਕ ਸੀਗਾ, ਭਾਵੇਂ ਉਹ ਮੇਰੇ ਉੱਪਰ ਰੱਖ ਕੇ ਜੁੱਤੀਆਂ ਗੰਢਦੇ, ਪਰ ਮੈਨੂੰ ਉੱਥੇ ਬੜਾ ਸੁੱਖ ਸੀਗਾ ਕਿਉਂਕਿ ਉਹ ਨਾਮ ਜਪਦੇ ਸਨ, ਸਵਾਸ ਸਵਾਸ ਨਾਮ ਜਪਦੇ, ਮੈਨੂੰ ਉੱਥੇ ਹੀ ਬੜਾ ਆਨੰਦ ਸੀਗਾ। ਤੂੰ ਇਹ ਕੀ ਕੀਤਾ ਹੈ? ਤੂੰ ਬੜਾ ਭਾਰੀ ਨਾ ਕਰਨ ਵਾਲਾ ਕੰਮ ਕਰ ਦਿੱਤਾ। ਹੁਣ ਜੇ ਚੰਗੀ ਚਾਹੁੰਦਾ ਹੈ ਤਾਂ ਮੈਨੂੰ ਉੱਥੇ ਛੱਡ ਕੇ ਆ। ਉਸ ਵੇਲੇ ਇਸ ਵਿਅਕਤੀ ਨੇ ਕਿਹਾ ਵੀ ਚਲੋ ਸਵੇਰ ਦਿਨ ਚੜ੍ਹੇਗਾ ਤੇ ਮੈਂ ਉੱਥੇ ਛੱਡ ਆਵਾਂਗਾ। ਅਗਲਾ ਦਿਨ ਚੜ੍ਹਿਆ, ਚੇਤਾ ਹੀ ਭੁੱਲ ਗਿਆ ਵੀ ਰਾਤ ਕੀ ਬਣਿਆ। ਫਿਰ ਰਾਤ ਨੂੰ ਠਾਕੁਰ ਜੀ ਜਦੋਂ ਆ ਕੇ ਇਹਦੇ ਉੱਪਰ ਭਾਰ ਪਿਆ, ਫਿਰ ਇਸ ਨੇ ਬਚਨ ਕੀਤਾ ਜੀ ਅਗਲੇ ਦਿਨ ਮੈਂ ਜ਼ਰੂਰ ਜਾਵਾਂਗਾ। 2-4 ਦਿਨ ਲੰਘ ਗਏ। ਹੁਣ ਇਹ ਚਲਾ ਗਿਆ ਭਗਤ ਜੀਆਂ ਦੇ ਕੋਲ, ਕਹਿਣ ਲੱਗਾ ਲਓ ਜੀ ਆਪਣਾ ਪੱਥਰ ਤੁਸੀਂ ਲੈ ਲਓ ਤੇ ਜਿਹੜੇ ਮੈਂ ਤੁਹਾਨੂੰ ਪੈਸੇ ਦਿੱਤੇ ਨੇ ਉਹ ਪੈਸੇ ਮੈਨੂੰ ਵਾਪਸ ਕਰ ਦਿਓ। ਭਗਤ ਰਵਿਦਾਸ ਜੀ ਕਹਿਣ ਲੱਗੇ ਉਹ ਜਿਹੜੇ ਤੂੰ ਮੈਨੂੰ ਪੈਸੇ ਦਿੱਤੇ ਸਨ, ਮੈਂ ਤੇ ਸਾਧੂ ਸੰਤਾਂ ਨੂੰ ਲੰਗਰ ਛਕਾ ਦਿੱਤਾ, ਭੋਜਨ ਛਕਾ ਦਿੱਤਾ, ਪੈਸੇ ਤੇ ਮੈਂ ਖਰਚ ਦਿੱਤੇ, ਮੇਰੇ ਕੋਲ ਹੁਣ ਪੈਸੇ ਨਹੀਂ, ਤੂੰ ਪੱਥਰ ਰੱਖ ਲਾ ਆਪਣੇ ਕੋਲ।
ਪਰ ਇਹਨੂੰ ਤੇ ਡਰ ਬਣਿਆ ਨਾ, ਜੇ ਪੱਥਰ ਘਰੇ ਲੈ ਗਿਆ ਤੇ ਠਾਕੁਰ ਰਾਤ ਨੂੰ ਫਿਰ ਕੋਈ ਮੇਰੀ ਛਾਤੀ ਤੇ ਆ ਕੇ ਚੜ੍ਹੇਗਾ। ਉਸ ਵੇਲੇ ਵਾਰ-ਵਾਰ ਕਹਿਣ ਤੇ ਕਹਿਣ ਲੱਗਾ, ਤੂੰ ਇਦਾਂ ਕਰ, ਪੈਸੇ ਵੀ ਰਹਿਣ ਦੇ ਪਰ ਪੱਥਰ ਆਪਣਾ ਕੋਲ ਰੱਖ ਲਾ। ਭਗਤ ਰਵਿਦਾਸ ਜੀਆਂ ਨੇ ਉਹ ਪੱਥਰ ਆਪਣੇ ਕੋਲ ਰੱਖ ਲਿਆ। ਕਹਿਣ ਲੱਗੇ ਰਾਤ ਪਈ ਤੇ ਠਾਕੁਰ ਜੀ ਫਿਰ ਭਗਤ ਰਵਿਦਾਸ ਦੀ ਛਾਤੀ ਤੇ ਆ ਕੇ ਚੜ੍ਹ ਕੇ ਬੈਠੇ। ਸੋ ਉਸ ਵੇਲੇ ਕਹਿਣ ਲੱਗੇ ਵੀ ਇਹ ਤੂੰ ਕੀ ਕੀਤਾ ਹੈ, ਤੂੰ ਬੜਾ ਭਾਰੀ ਨਰਾਦਰ ਕੀਤਾ ਹੈ, ਇਸ ਤਰ੍ਹਾਂ ਤੇਰੇ ਸਰੀਰ ਦੇ ਅਸੀਂ ਟੁਕੜੇ ਟੁਕੜੇ ਕਰ ਦਿਆਂਗੇ। ਜਦੋਂ ਇਹ ਬਚਨ ਕੀਤਾ ਠਾਕੁਰ ਜੀਆਂ ਨੇ, ਉਸ ਵੇਲੇ ਭਗਤ ਰਵਿਦਾਸ ਜੀ ਫਿਰ ਇਹ ਜਿਹੜਾ ਸ਼ਬਦ ਹੈ ਨਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਇਹ ਠਾਕੁਰ ਨੂੰ ਜਿਹੜਾ ਹੈ ਮੁੱਖ ਰੱਖ ਕੇ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਜੋ ਆਪਾਂ ਸਰਵਨ ਕਰ ਰਹੇ ਹਾਂ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ। ਰਵਿਦਾਸ ਜੀ ਕਹਿਣ ਲੱਗੇ ਐ ਠਾਕੁਰ, ਤੁਸੀਂ ਆਖਦੇ ਹੋ ਮੇਰੇ ਸਰੀਰ ਦੇ ਟੋਟੇ ਟੋਟੇ ਕਰ ਦਿਓਗੇ। ਕੀ ਹੋ ਗਿਆ ਜੇ ਮੇਰੇ ਸਰੀਰ ਦੇ ਟੋਟੇ ਕਰ ਦਿਓਗੇ? ਮੈਨੂੰ ਫਰਕ ਹੀ ਕੋਈ ਨਹੀਂ ਹੈ, ਮੈਨੂੰ ਕੋਈ ਡਰ ਨਹੀਂ ਹੈ, ਮੇਰੇ ਸਰੀਰ ਦੇ ਟੋਟੇ ਹੋ ਜਾਣਗੇ। ਕਹਾਂ ਭਇਓ, ਕੀ ਹੋ ਗਿਆ? ਜੋ ਤਨ ਭਇਓ ਛਿਨ ਛਿਨ, ਜੇ ਮੇਰੇ ਤਨ ਦੇ ਟੁਕੜੇ ਟੁਕੜੇ ਕਰ ਦਿਓ ਠਾਕੁਰ ਜੀ ਤੇ ਮੈਨੂੰ ਡਰ ਕੋਈ ਨਹੀਂ ਹੈ, ਭਾਵੇਂ ਹੁਣੇ ਕਰ ਦਿਓ, ਮੈਂ ਇਹ ਕੁਰਬਾਨੀ ਦੇਣ ਵਾਸਤੇ ਬਿਲਕੁਲ ਤਿਆਰ ਹਾਂ, ਪਰ ਮੈਨੂੰ ਇੱਕ ਗੱਲ ਦਾ ਡਰ ਹੈ। ਉਸ ਵੇਲੇ ਠਾਕੁਰ ਜੀ ਪੁੱਛਣ ਲੱਗੇ ਕਾਹਦਾ ਡਰ ਹੈ? ਉਹ ਦੱਸਦੇ ਹਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਮੇਰੇ ਮਨ ਦੇ ਵਿੱਚੋਂ ਤੇਰਾ ਪ੍ਰੇਮ ਨਹੀਂ ਜਾਣਾ ਚਾਹੀਦਾ। ਸਰੀਰ ਚਲੇ ਜਾਵੇ ਤੇ ਕੋਈ ਗੱਲ ਨਹੀਂ ਹੈ, ਸਰੀਰ ਦੇ ਭਾਵੇਂ ਤੁਸੀਂ ਟੋਟੇ ਟੋਟੇ ਕਰ ਦਿਓ, ਮੈਨੂੰ ਇਸ ਗੱਲ ਦਾ ਗਮ ਨਹੀਂ ਹੈ, ਦੁੱਖ ਕੋਈ ਨਹੀਂ ਹੈ, ਪਰ ਇਹ ਠਾਕੁਰ ਜੀ ਮੇਰੇ ਮਨ ਦੇ ਵਿੱਚੋਂ ਤੁਹਾਡਾ ਪ੍ਰੇਮ ਨਹੀਂ ਜਾਣਾ ਚਾਹੀਦਾ। ਮੈਨੂੰ ਇਹ ਡਰ ਬਣਿਆ ਹੋਇਆ, ਜਿਹੜਾ ਤੁਸੀਂ ਆਖਦੇ ਹੋ ਨਾ ਮੇਰੇ ਸਰੀਰ ਦੇ ਤੁਸੀਂ ਟੁਕੜੇ ਟੁਕੜੇ ਕਰ ਦਿਓਗੇ, ਕਰ ਦਿਓ ਬੇਸ਼ੱਕ, ਪਰ ਇਹ ਟੁਕੜੇ ਹੁੰਦਿਆਂ ਹੋਇਆਂ ਮੇਰੇ ਮਨ ਵਿੱਚੋਂ ਤੁਹਾਡਾ ਪ੍ਰੇਮ ਨਾ ਖਤਮ ਹੋਵੇ। ਜੇ ਇਹ ਪ੍ਰੇਮ ਮਨ ਵਿੱਚ ਬਣਿਆ ਰਵੇ ਤੇ ਫਿਰ ਸਰੀਰ ਦੀ ਕੋਈ ਪਰਵਾਹ ਨਹੀਂ ਹੈ। ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਬਚਨ ਕੀਤੇ ਨਾ, ਜਦੋਂ ਬੰਦ ਕੱਟਿਆ ਜਾਣ ਲੱਗਾ ਤੇ ਉਸ ਵੇਲੇ ਉਹਨਾਂ ਨੇ ਆਖਿਆ, ਇਹੋ ਤਨ ਗੰਦਗੀ ਕੀ ਕੂਠੜੀ ਹਰ ਹੀਰਿਆਂ ਕੀ ਖਾਨ, ਤਨ ਮਿਲਿਆ ਜੇ ਹਰ ਮਿਲੇ ਤੋ ਵੀ ਸਸਤਾ ਜਾਨ। ਇਹ ਸਰੀਰ ਤੇ ਗੰਦਗੀ ਦੀ ਢੇਰੀ ਹੈ, ਇਹਦੇ ਵਿੱਚ ਹਰ ਵੇਲੇ ਗੰਦਗੀ ਬਾਹਰ ਆਉਂਦੀ ਹੈ, ਪਰ ਜੇ ਇਹ ਸਰੀਰ ਦੇ ਕੇ ਵੀ ਰੱਬ ਮਿਲ ਜਾਵੇ ਤੇ ਸੌਦਾ ਬੜਾ ਹੀ ਸਸਤਾ ਕਰ ਲੈਣਾ ਚਾਹੀਦਾ। ਉਸ ਵੇਲੇ ਬਚਨ ਕਰਦੇ ਭਗਤ ਰਵਿਦਾਸ ਜੀ ਕਹਿਣ ਲੱਗੇ, ਐ ਪਰਮਾਤਮਾ ਤੇਰਾ ਪ੍ਰੇਮ ਨਹੀਂ ਮਨ ਵਿੱਚੋਂ ਜਾਣਾ ਚਾਹੀਦਾ, ਸਰੀਰ ਜਾਂਦਾ ਹੈ ਤੇ ਭਾਵੇਂ ਚਲਾ ਜਾਏ। ਸੋ ਉਸ ਵੇਲੇ ਇਹ ਬਚਨ ਜਿਹੜੇ ਹਨ ਉਹ ਠਾਕੁਰ ਨੂੰ ਮੁੱਖ ਰੱਖ ਕੇ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਆਖੇ ਹਨ, ਤੁਝੇ ਚਰਨ ਅਰਬਿੰਦ ਭਵਨ ਮਨ। ਠਾਕੁਰ ਜੀ ਨੇ ਪੁੱਛ ਲਿਆ, ਕਹਿਣ ਲੱਗੇ ਰਵਿਦਾਸ ਜੀ ਤੁਹਾਡਾ ਪ੍ਰੇਮ ਕਿਹੋ ਜਿਹਾ ਸਾਡੇ ਨਾਲ, ਉਹ ਵੀ ਕਿਰਪਾ ਕਰਕੇ ਦੱਸ ਦਿਓ। ਹੁਣ ਇੱਕ ਉਦਾਹਰਨ ਦਿੰਦੇ ਨੇ। ਵੈਸੇ ਤੇ ਗੁਰਮੁਖੋ ਭਗਤ ਦੀ ਤੇ ਪਰਮਾਤਮਾ ਦੇ ਪ੍ਰੇਮ ਦੀ ਕੋਈ ਉਦਾਹਰਨ ਨਹੀਂ ਹੈ ਦੁਨੀਆ ਦੇ ਵਿੱਚ, ਆਪਾਂ ਦੇ ਕੋਈ ਨਹੀਂ ਉਦਾਹਰਨ ਸਕਦੇ, ਕਿਉਂਕਿ ਦੁਨੀਆ ਦੀਆਂ ਉਦਾਹਰਨਾਂ ਬੜੀਆਂ ਛੋਟੀਆਂ ਨੇ। ਭਗਤਾਂ ਦੇ ਪ੍ਰੇਮ ਦਾ ਜਿਹੜਾ ਵਿਖਿਆਨ ਕਰਨਾ ਉਹ ਬੜਾ ਵੱਡਾ ਹੈ। ਦੁਨੀਆ ਦੀਆਂ ਉਦਾਹਰਨਾਂ ਕੇਵਲ ਇੱਕ ਪੱਖ ਨੂੰ ਮੁੱਖ ਰੱਖ ਕੇ ਲਈਆਂ ਜਾਂਦੀਆਂ, ਪਰ ਭਗਤਾਂ ਦੇ ਪ੍ਰੇਮ ਦਾ ਜਿਹੜਾ ਹੈ ਨਾ ਉਹ ਵਿਖਿਆਨ ਕਰਨਾ ਦੋਵਾਂ ਪਾਸਿਆਂ ਦਾ ਪੱਖ ਵੇਖਣਾ ਪੈਂਦਾ। ਪਰ ਇੱਥੇ ਭਗਤ ਜੀ ਇੱਕ ਦੁਨੀਆ ਦੀ ਉਦਾਹਰਨ ਦਿੰਦੇ, ਕਹਿਣ ਲੱਗੇ, ਐ ਪਰਮਾਤਮਾ ਤੁਝੇ ਚਰਨ ਅਰਬਿੰਦ, ਜਿਹੜੇ ਤੁਹਾਡੇ ਚਰਨ ਨੇ ਨਾ ਉਹ ਮੈਨੂੰ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਕਮਲ ਫੁੱਲ ਹੋਵੇ, ਕਮਲ ਫੁੱਲ ਦੇ ਵਾਂਗ ਤੁਹਾਡੇ ਚਰਨ ਮੈਨੂੰ ਲੱਗਦੇ ਨੇ। ਆਰ ਭਵਨ ਮੇਰੋ ਮਨ, ਮੇਰਾ ਜਿਹੜਾ ਮਨ ਉਹ ਭੌਰੇ ਦੇ ਵਾਂਗ ਹੈ, ਜਿਵੇਂ ਭੌਰਾ ਕਮਲ ਫੁੱਲ ਦੇ ਨਾਲ ਪ੍ਰੀਤੀ ਪਾ ਬੈਠਦਾ ਹੈ, ਕਮਲ ਫੁੱਲ ਦੀ ਸੁਗੰਧੀ ਵਿੱਚ ਇੰਨਾ ਮਸਤ ਹੋ ਜਾਂਦਾ ਵੀ ਉਹਨੂੰ ਆਪਣਾ ਆਪ ਭੁੱਲ ਜਾਂਦਾ ਹੈ। ਕਹਿਣ ਲੱਗੇ, ਐ ਠਾਕੁਰ ਜੀ ਮੇਰਾ ਤੁਹਾਡੇ ਨਾਲ ਇੰਨਾ ਪ੍ਰੇਮ ਹੈ ਵੀ ਮੈਂ ਆਪਣੇ ਮਨ ਨੂੰ ਤੁਹਾਡੇ ਚਰਨਾਂ ਦਾ ਭੌਰਾ ਬਣਾ ਲਿਆ ਹੈ, ਤੇ ਜਦੋਂ ਮੈਂ ਤੁਹਾਡੀ ਬੰਦਗੀ ਵਿੱਚ ਬੈਠਦਾ ਨਾ, ਨਾਮ ਸਿਮਰਨ ਵਿੱਚ ਬੈਠਦਾ, ਉਦੋਂ ਮੈਨੂੰ ਭੁੱਲ ਜਾਂਦਾ ਹੈ ਸਾਰਾ ਕੁਝ, ਮੈਨੂੰ ਯਾਦ ਹੀ ਕੁਝ ਨਹੀਂ ਰਹਿ ਜਾਂਦਾ। ਜਿਵੇਂ ਭੌਰੇ ਦਾ ਕਮਲ ਫੁੱਲ ਦੇ ਨਾਲ ਪਿਆਰ ਹੈ, ਕਹਿੰਦੇ ਇਸੇ ਤਰ੍ਹਾਂ ਜੀ ਮੈਨੂੰ ਤੁਹਾਡੇ ਚਰਨਾਂ ਦਾ ਪਿਆਰ ਹੈ। ਪਾਨ ਕਰਤ ਪਾਇਓ ਪਾਇਓ ਰਮਈਆ ਧਨ। ਉਸ ਵੇਲੇ ਠਾਕੁਰ ਜੀ ਕਹਿਣ ਲੱਗੇ ਕਿ ਰਵਿਦਾਸ ਜੀ ਹੋਰ ਵੀ ਕੋਈ ਇਹਦੇ ਬਾਰੇ ਚਾਨਣਾ ਪਾਓ, ਹੋਰ ਵੀ ਕੁਝ ਬਚਨ ਕਹੋ ਆਪਣੇ ਪ੍ਰੇਮ ਦੇ ਪ੍ਰਤੀ। ਉਸ ਵੇਲੇ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ, ਪਾਨ ਕਰਤ ਪਾਇਓ, ਜਿਹੜੇ ਤੁਹਾਡੇ ਚਰਨ ਨੇ ਨਾ ਉਹ ਅੰਮ੍ਰਿਤ ਵਰਗੇ ਨੇ ਪਰਮਾਤਮਾ ਜੀ। ਤੁਹਾਡੇ ਅੰਮ੍ਰਿਤ ਵਰਗੇ ਜਿਹੜੇ ਚਰਨਾਂ ਨੂੰ, ਜਾਂ ਜਿਹੜੇ ਤੁਹਾਡੇ ਚਰਨ ਨੇ ਅੰਮ੍ਰਿਤ ਵਰਗੇ ਮਿੱਠੇ ਨੇ, ਐਸੇ ਅੰਮ੍ਰਿਤ ਨੂੰ ਪ੍ਰਾਪਤ ਕਰਕੇ
ਪਾਇਓ ਰਾਮਈਆ ਧਨ। ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਧਨ ਹੈ ਨਾ ਪਰਮਾਤਮਾ ਦੀ ਪ੍ਰਾਪਤੀ ਦਾ, ਉਹਦੇ ਨਾਮ ਦਾ, ਉਹ ਮੈਂ ਪ੍ਰਾਪਤ ਕਰ ਲਿਆ ਤੁਹਾਡੇ ਚਰਨਾਂ ਦੇ ਵਿੱਚੋਂ। ਤੁਸੀਂ ਬਖਸ਼ਿਸ਼ ਕੀਤੀ ਹੈ, ਤੁਹਾਡੀ ਪ੍ਰਾਪਤੀ ਹੋ ਗਈ ਹੈ ਮੈਨੂੰ। ਐਸੀਆਂ ਦਾਤਾਂ ਆਪ ਜੀ ਨੇ ਮੈਨੂੰ ਬਖਸ਼ਿਸ਼ ਕੀਤੀਆਂ ਹਨ। ਰਹਾਉ ਸੰਪਤ ਬਿਪਤ ਪਟਲ ਮਾਇਆ ਧਨ। ਉਸ ਵੇਲੇ ਭਗਤ ਰਵਿਦਾਸ ਜੀਆਂ ਨੂੰ ਪੁੱਛਿਆ, ਠਾਕੁਰ ਜੀ ਕਹਿਣ ਲੱਗੇ ਕਿ ਰਵਿਦਾਸ ਜੀ ਤੁਸੀਂ ਮੈਨੂੰ ਵੇਚ ਕੇ ਤੇ ਫਿਰ ਪੈਸੇ ਲਿਆਂਦੇ, ਫਿਰ ਪੂਜਾ ਕੀਤੀ, ਫਿਰ ਪ੍ਰਸ਼ਾਦਾ ਕੀਤਾ, ਦੱਸੋ ਮਾਇਆ ਚਾਹੀਦੀ ਹੈ ਤੇ ਅਸੀਂ ਦੇ ਦਈਏ। ਭਗਤ ਜੀ ਕਹਿਣ ਲੱਗੇ ਨਹੀਂ ਠਾਕੁਰ ਜੀ, ਮਾਇਆ ਨਹੀਂ ਚਾਹੀਦੀ ਹੈ। ਉਸ ਵੇਲੇ ਬਚਨ ਕਰਦੇ ਨੇ ਸੰਪਤ ਬਿਪਤ। ਇਹ ਜਿਹੜੀ ਸੰਪਤੀ ਹੈ ਨਾ, ਧਨ ਪਦਾਰਥ, ਇਹ ਤੇ ਬਿਪਤ ਕਹੀਏ ਬਿਪਤਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸੰਪਤ ਨਾਮ ਗੁਰਮੁਖੋ ਸੁਖ ਦਾ ਹੈ। ਆਪਾਂ ਸਾਰੇ ਜਦੋਂ ਗੁਰੂ ਘਰੇ ਆਉਂਦੇ ਹਨ ਜਾਂ ਕੋਈ ਮੰਦਰ ਮਸੀਤ ਵੀ ਜਾਂਦਾ, ਮਸਜਿਦ ਵਿੱਚ ਜਾਂਦਾ, ਉੱਥੇ ਜਾ ਕੇ ਕੀ ਮੰਗਦੇ ਆ? ਮੈਨੂੰ ਸੁਖ ਮਿਲੇ, ਮੈਨੂੰ ਸੁਖ ਮਿਲੇ। ਜੇ ਅਸੀਂ ਕੋਈ ਪੂਜਾ ਪਾਠ ਕਰਦੇ ਹਾਂ ਤੇ ਕੀ ਮੰਗਦੇ ਆ? ਮੈਨੂੰ ਸੁਖ ਮਿਲੇ। ਕੋਈ ਇਹ ਤੇ ਨਹੀਂ ਨਾ ਆਖਦਾ ਵੀ ਮੈਨੂੰ ਦੁੱਖ ਮਿਲੇ। ਪਰ ਭਗਤ ਜੀ ਕਹਿਣ ਲੱਗੇ ਪਰਮਾਤਮਾ ਸੁੱਖ ਮੰਗਣਾ ਵੀ ਤੇਰੇ ਨਾਲ ਟੁੱਟਣ ਵਾਲੀ ਗੱਲ ਹੈ। ਸੁੱਖ ਮੰਗ ਲਿਆ ਉਹ ਵੀ ਤੇਰੇ ਨਾਲ ਟੁੱਟਣਾ ਹੈ, ਕਿਉਂਕਿ ਸੁੱਖ ਦੇ ਵਿੱਚ ਵੀ ਤੂੰ ਭੁੱਲ ਜਾਂਦਾ ਹੈ। ਸੰਪਤ ਨਾਮ ਸੁੱਖ ਦਾ ਹੈ, ਕਹਿਣ ਲੱਗੇ ਸੁੱਖ ਮੰਗ ਲੈਣਾ, ਤੇ ਬਿਪਤ ਨਾਮ ਦੁੱਖ ਦਾ ਹੈ, ਜਾਂ ਦੁੱਖ ਆ ਜਾਣਾ, ਦੁੱਖ ਵਿੱਚ ਵੀ ਤੂੰ ਭੁੱਲ ਜਾਂਦਾ। ਸੁੱਖ ਦੁੱਖ ਮਾਇਆ ਧਨ, ਇਹ ਜਿਹੜੀ ਮਾਇਆ ਹੈ ਨਾ, ਇਹ ਛਲ ਰੂਪ ਹੈ। ਤੇ ਪਟਲ ਨਾਮ ਪੜਦੇ ਦਾ, ਮਾਇਆ ਨੇ ਗੁਰਮੁਖੋਂ ਪੜਦਾ ਪਾਇਆ ਹੋਇਆ। ਇਹ ਮਾਇਆ ਕਰਕੇ ਸਾਨੂੰ ਸੁੱਖ ਮਿਲਿਆ, ਮਾਇਆ ਕਰਕੇ ਹੀ ਦੁੱਖ ਮਿਲਿਆ, ਇਹ ਮਾਇਆ ਕਰਕੇ ਸਾਰਾ ਕੁਝ ਪ੍ਰਾਪਤ ਹੋ ਰਿਹਾ। ਤੇ ਭਗਤ ਜੀ ਬਖਸ਼ਿਸ਼ ਕਰਦੇ ਹਨ। ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਮੈਂ ਆਪ ਜੀ ਦਾ ਭਗਤ ਹਾਂ ਤੇ ਮੈਂ ਇਹਦੇ ਵਿੱਚ ਮਗਨ ਨਹੀਂ ਹੋਣਾ ਚਾਹੁੰਦਾ, ਇਹਦੇ ਵਿੱਚ ਮਸਤ ਨਹੀਂ ਹੋਣਾ ਚਾਹੁੰਦਾ। ਇਹ ਜਿਹੜਾ ਦੁਨਿਆਵੀ ਧਨ ਹੈ ਨਾ, ਦੁਨਿਆਵੀ ਪਦਾਰਥ, ਇਹਦੇ ਵਿੱਚ ਮੈਂ ਲੱਗਣਾ ਨਹੀਂ ਚਾਹੁੰਦਾ। ਜੇ ਮਾਇਆ ਬਹੁਤੀ ਆ ਗਈ ਤੇ ਦੁਨੀਆ ਆਖਦੇ ਸੁੱਖ ਹੈ, ਪਰ ਸੁੱਖ ਨਹੀਂ। ਬਹੁਤੀ ਮਾਇਆ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁੱਖ ਰੂਪ ਹੋ ਜਾਂਦੀ ਹੈ। ਤੇ ਜਿਹੜਾ ਦੁੱਖ ਹੈ ਉਹ ਤੇ ਹੈ ਹੀ ਦੁੱਖ ਰੂਪ, ਉਹਦਾ ਕੀ ਵਿਖਿਆਨ ਕਰਨਾ ਹੈ। ਇਹ ਮਾਇਆ ਦਾ ਇਹੋ ਜਿਹਾ ਭਰਮ ਬਣਿਆ ਹੋਇਆ। ਤਾਂ ਮੈਂ ਮਗਨ ਹੋਤ ਨਾ ਤੇਰੋ ਜਾਨ। ਮੈਂ ਆਪ ਜੀ ਦਾ ਜਾਨ ਭਗਤ ਜ਼ਰੂਰ ਹਾਂ, ਪਰ ਮੈਂ ਨਹੀਂ ਮਾਇਆ ਵਿੱਚ ਪੈਣਾ ਚਾਹੁੰਦਾ। ਬਹੁਤੀ ਆਵੇਗੀ ਸੁੱਖ ਮਿਲੇਗਾ ਤਾਂ ਵੀ ਤੁਹਾਡਾ ਨਾਮ ਭੁੱਲ ਜਾਣਾ। ਜੇ ਦੁੱਖ ਆ ਗਿਆ ਤੇ ਤਾਂ ਵੀ ਤੁਹਾਨੂੰ ਮੈਂ ਤਾਨੇ ਮਿਹਣੇ ਮਾਰਦੇ ਰਹਿਣਾ ਵੀ ਰੱਬ ਨੇ ਮੇਰੇ ਨਾਲ ਇਹ ਬੜਾ ਭਾਰੀ ਨੁਕਸਾਨ ਕੀਤਾ ਹੈ। ਇਸ ਕਰਕੇ ਨਾ ਮੈਂ ਸੁੱਖ ਮੰਗਦਾ, ਨਾ ਮੈਂ ਦੁੱਖ ਮੰਗਦਾ, ਨਾ ਮੈਂ ਦੁਨੀਆ ਦੇ ਪਦਾਰਥ ਮੰਗਦਾ। ਮੈਂ ਤੇ ਤੇਰੇ ਭਾਣੇ ਵਿੱਚ ਮਗਨ ਹੋ ਕੇ ਰਹਿਣਾ ਚਾਹੁੰਦਾ ਹਾਂ। ਐਸੀ ਬਖਸ਼ਿਸ਼ ਮੇਰੇ ਤੇ ਕਰਨਾ ਕਰੋ। ਪ੍ਰੇਮ ਕੀ ਜੇਵੜੀ ਬਾਧਿਓ ਤੇਰੋ ਜਨ। ਉਸ ਵੇਲੇ ਭਗਤ ਰਵਿਦਾਸ ਜੀ ਕਹਿਣ ਲੱਗੇ ਪਰਮਾਤਮਾ, ਜੇ ਅਸੀਂ ਤੇਰੇ ਨਾਮ ਨੂੰ ਜਪਦੇ ਹਾਂ, ਤੁਹਾਡੀ ਪੂਜਾ ਕਰਦੇ ਹਾਂ, ਤੇ ਅਸੀਂ ਬਹੁਤ ਜ਼ਿਆਦਾ ਪ੍ਰੇਮ ਕਰਦੇ ਪਏ ਹਾਂ। ਕਿੰਨਾ ਕੁ ਪ੍ਰੇਮ ਕਰਦੇ ਪਏ ਹਾਂ। ਤੇ ਭਗਤ ਜੀ ਕਹਿਣ ਲੱਗੇ ਪ੍ਰੇਮ ਕੀ ਜੇਵਰੀ। ਗੁਰਮੁਖੋ ਜੇਵਰੀ ਨਾਮ ਰੱਸੀ ਦਾ ਹੈ। ਜਿਵੇਂ ਆਪਾਂ ਰੱਸੇ ਦੇ ਨਾਲ ਕਿਸੇ ਨੂੰ ਬੰਨ੍ਹ ਲਈਦਾ ਨਾ, ਜਿੰਨਾ ਚਿਰ ਰੱਸਾ ਖੋਲੀਏ ਨਾ ਉਹਨਾਂ ਚਿਰ ਉਹ ਛੁੱਟ ਨਹੀਂ ਸਕਦਾ। ਭਗਤ ਜੀ ਕਹਿਣ ਲੱਗੇ ਹੈ ਪਰਮਾਤਮਾ, ਅਸੀਂ ਤੁਹਾਨੂੰ ਪ੍ਰੇਮ ਦੇ ਰੱਸੇ ਦੇ ਨਾਲ ਬੱਧਾ ਹੋਇਆ ਹੈ। ਅਸੀਂ ਤੁਹਾਨੂੰ ਬੰਨ੍ਹ ਕੇ ਬੈਠੇ ਹਾਂ ਪ੍ਰੇਮ ਦੇ ਨਾਲ। ਤੁਸੀਂ ਸਾਡੇ ਕੋਲੋਂ ਛੁੱਟ ਨਹੀਂ ਸਕਦੇ, ਸਾਡੇ ਕੋਲੋਂ ਜਾ ਨਹੀਂ ਸਕਦੇ। ਐਸਾ ਸਾਡਾ ਤੇ ਤੁਹਾਡਾ ਪਿਆਰ ਬਣਿਆ ਹੋਇਆ। ਐਸੀ ਦਾਤ ਪ੍ਰਾਪਤ ਹੋ ਰਹੀ ਹੈ। ਸੋ ਸਤਿਗੁਰਾਂ ਦੇ ਜੀਵਨ ਦੀ ਆਪਾਂ ਇੱਕ ਸਾਖੀ ਸਰਵਣ ਕਰਿਆ ਕਰਦੇ ਕਿ ਸਤਿਗੁਰਾਂ ਦਾ ਸਿੱਖ ਬੜੀ ਦੂਰ ਧਰਤੀ ਤੇ ਬੈਠਾ ਹੋਇਆ, ਆਪਣੇ ਮਨ ਦੀ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਦੇ ਚਰਨ ਫੜ ਕੇ ਬੈਠਾ ਹੋਇਆ ਹੈ ਤੇ ਬੜਾ ਧਿਆਨ ਵਿੱਚ ਮਗਨ ਹੈ। ਇੱਧਰ ਸਤਿਗੁਰੂ ਜੀ ਆਪਣੇ ਸਿੰਘਾਸਨ ਤੇ ਬੈਠੇ ਹੋਏ ਤੇ ਮਹਾਰਾਜ ਹਿਲਦੇ ਨਹੀਂ, ਨਾ ਹੀ ਉੱਠੇ ਆਪਣੇ ਸਿੰਘਾਸਨ ਤੋਂ। ਕਈ ਘੰਟੇ ਬਤੀਤ ਹੋ ਗਏ। ਉਸ ਵੇਲੇ ਸੰਗਤਾਂ ਬੜੀਆਂ ਹੈਰਾਨ ਹੋਈਆਂ। ਫਿਰ ਪੁੱਛ ਹੀ ਲਿਆ ਕੁਝ ਗੁਰਸਿੱਖਾਂ ਨੇ, ਮਹਾਰਾਜ ਕੀ ਗੱਲ ਅੱਜ ਉੱਠੇ ਕਿਉਂ ਨਹੀਂ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ, ਇੱਕ ਸਾਡਾ ਸੇਵਕ ਪ੍ਰੇਮ ਦੇ ਨਾਲ ਬੜੀ ਦੂਰ ਥਾਂ ਤੇ ਬੈਠਾ ਹੋਇਆ। ਉਹ ਆਪਣੇ ਖਿਆਲ ਦੇ ਵਿੱਚ, ਭਾਵਨਾ ਦੇ ਵਿੱਚ ਸਾਡੇ ਚਰਨ ਫੜ ਕੇ ਬੈਠਾ ਹੋਇਆ। ਅਸੀਂ ਤਾਂ ਨਹੀਂ ਉੱਠੇ ਵੀ ਜੇ ਅਸੀਂ ਆਪਣੇ ਚਰਨ ਹਿਲਾਏ ਤੇ ਸਾਡੇ ਸਿੱਖ ਦਾ ਧਿਆਨ ਟੁੱਟ ਜਾਏਗਾ, ਉਹਦੀ ਬਿਰਤੀ ਖੰਡਿਤ ਹੋ ਜਾਏਗੀ। ਇਸ ਕਰਕੇ ਅਸੀਂ ਇੱਕੇ ਜਗ੍ਹਾ ਦੇ ਉੱਪਰ ਬੈਠੇ ਰਹੇ। ਗੁਰਮੁਖੋ, ਇਹ ਭਗਤਾਂ ਦਾ, ਗੁਰਮੁਖਾਂ ਦਾ, ਗੁਰਸਿੱਖਾਂ ਦਾ ਪਿਆਰ ਹੈ ਪਰਮੇਸ਼ਰ ਦੇ ਨਾਲ, ਗੁਰੂ ਦੇ ਨਾਲ। ਕਹਿਣ ਲੱਗੇ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਪਰਮਾਤਮਾ, ਜੇ ਅਸੀਂ ਬੱਧੇ ਹੋਏ ਆ ਨਾ ਦੁਨੀਆ ਦੀ ਮੋਹ ਮਮਤਾ ਦੇ ਨਾਲ, ਤੇ ਭਗਤਾਂ ਨੇ ਤੁਹਾਨੂੰ ਬੰਨ੍ਹ ਕੇ ਰੱਖਿਆ ਹੋਇਆ।
ਕਾਹਦੇ ਨਾਲ ਬੱਧਾ? ਪ੍ਰੇਮ ਦੀ ਰੱਸੀ ਦੇ ਨਾਲ ਤੁਹਾਨੂੰ ਬਣ ਕੇ ਬੈਠੇ ਹਾਂ। ਕਹਿ ਰਵਿਦਾਸ ਛੁਟਬੋ ਕਵਣ ਗੁਣ। ਭਗਤ ਰਵਿਦਾਸ ਜੀ ਕਹਿਣ ਲੱਗੇ ਪ੍ਰਮਾਤਮਾ ਹੁਣ ਕਿਸ ਤਰੀਕੇ ਦੇ ਨਾਲ ਛੁਟੋਗੇ? ਇਹ ਦੱਸ ਦਿਓ ਨਾ ਵੀ ਛੁਟੋਗੇ ਕਿਸ ਤਰੀਕੇ ਦੇ ਨਾਲ। ਜੋ ਹਮ ਬਾਂਧੇ ਮੂਹ ਫਾਂਸ ਪ੍ਰੇਮ ਬੰਧਨ ਤੁਮ ਬਾਧੇ। ਗੁਰਬਾਣੀ ਦੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਸ ਵੇਲੇ ਠਾਕੁਰ ਜੀ ਕਹਿਣ ਲੱਗੇ ਭਗਤ ਜੀ ਤੁਸੀਂ ਤੇ ਮੋਹ ਦੇ ਵਿੱਚ ਬੱਧੇ ਹੋਏ ਹੋ। ਤੇ ਉਸ ਵੇਲੇ ਫਿਰ ਭਗਤਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਠਾਕੁਰ ਜੀ ਪਰਮਾਤਮਾ ਗੱਲ ਇਹ ਹੈ ਜੋ ਹਮ ਬਾਂਧੇ, ਜੇ ਅਸੀਂ ਮੋਹ ਦੀ ਰੱਸੀ ਦੇ ਨਾਲ ਬੱਧੇ ਹੋਏ, ਠੀਕ ਹੈ ਸਾਨੂੰ ਪਰਿਵਾਰ ਦਾ ਮੋਹ ਹੈ, ਬੱਚਿਆਂ ਦਾ ਮੋਹ ਹੈ, ਸਾਨੂੰ ਘਰ ਦਾ ਮੋਹ ਹੈ, ਪਦਾਰਥਾਂ ਦਾ ਮੋਹ ਹੈ, ਠੀਕ ਅਸੀਂ ਮੋਹ ਦੀ ਰੱਸੀ ਨਾਲ ਬੱਧੇ ਹੋਏ ਹਾਂ, ਪਰ ਪ੍ਰੇਮ ਬੰਧਨ ਤੁਮ ਬਾਧੇ। ਪਰਮਾਤਮਾ ਤੁਹਾਨੂੰ ਵੀ ਤੇ ਅਸੀਂ ਪ੍ਰੇਮ ਦੀ ਰੱਸੀ ਨਾਲ ਬੱਧਾ ਹੋਇਆ। ਜੇ ਅਸੀਂ ਮੋਹ ਦੀ ਰੱਸੀ ਤੋਂ ਨਹੀਂ ਛੁੱਟ ਸਕਦੇ, ਤੁਸੀਂ ਪ੍ਰੇਮ ਦੀ ਰੱਸੀ ਤੋਂ ਨਹੀਂ ਛੁੱਟ ਸਕਦੇ। ਸਾਡੇ ਕੋਲ ਤੇ ਇੱਕ ਹਾਲੇ ਤਰੀਕਾ ਹੋਰ ਹੈ ਵੀ ਅਸੀਂ ਤੁਹਾਡਾ ਨਾਮ ਜਪਾਂਗੇ ਤੇ ਮੋਹ ਦੀ ਰੱਸੀ ਟੁੱਟ ਜਾਏਗੀ, ਮੋਹ ਛੁੱਟ ਜਾਏਗਾ। ਪਰ ਪਰਮਾਤਮਾ ਤੁਸੀਂ ਕੀ ਕਰੋਗੇ ਵੀ ਜੋ ਤੁਹਾਡਾ ਪ੍ਰੇਮ ਸਾਡੇ ਤੋਂ ਛੁੱਟ ਜਾਏ? ਤੁਹਾਡੇ ਕੋਲ ਤੇ ਕੋਈ ਯਤਨ ਹੋਣਾ ਹੀ ਨਹੀਂ ਹੈ। ਸੋ ਇੱਥੇ ਬਚਨ ਕਰਦੇ ਕਹਿਣ ਲੱਗੇ ਕਹਿ ਰਵਿਦਾਸ ਛੂਟਬੋ ਕਵਣ ਗੁਣ। ਪਰਮਾਤਮਾ ਜਦੋਂ ਭਗਤ ਬੰਨ੍ਹ ਲੈਂਦੇ ਨਾ ਪ੍ਰੇਮ ਦੀ ਰੱਸੀ ਦੇ ਨਾਲ, ਪ੍ਰੇਮ ਦੇ ਨਾਲ, ਉਸ ਵੇਲੇ ਪਰਮਾਤਮਾ ਦੇ ਕੋਲੋਂ ਵੀ ਨਹੀਂ ਛੁੱਟਿਆ ਜਾਂਦਾ। ਉਹ ਐਸਾ ਭਗਤਾਂ ਦੇ ਵਸ ਹੋ ਜਾਂਦਾ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਗੁਰਬਾਣੀ ਦਾ ਬਚਨ ਹੈ। ਸਾਰੇ ਬ੍ਰਹਿਮੰਡ ਨੂੰ ਵਸ ਕਰਨ ਵਾਲਾ ਪਰਮਾਤਮਾ ਸਾਰਾ ਬ੍ਰਹਿਮੰਡ ਜੀ ਦੇ ਹੁਕਮ ਦੇ ਵਿੱਚ ਚੱਲਦਾ ਪਿਆ ਹੈ। ਉਹ ਪਰਮਾਤਮਾ ਆਪ ਭਗਤਾਂ ਦੇ ਕਹਿਣੇ ਵਿੱਚ ਹੈ, ਭਗਤਾਂ ਦੇ ਹੁਕਮ ਦੇ ਵਿੱਚ ਬੈਠਾ ਹੈ। ਸਾਰੀ ਦੁਨੀਆ ਨੂੰ ਵਸ ਕਰਨ ਵਾਲਾ ਭਗਤਾਂ ਦੇ ਵਸੀਕਾਰ ਹੋ ਕੇ ਬੈਠਾ ਹੈ। ਐਸਾ ਇਹ ਜਿਹੜਾ ਪ੍ਰੇਮ ਹੈ ਗੁਰਸਿੱਖਾਂ ਦਾ ਬਣ ਜਾਂਦਾ ਹੈ। ਸੋ ਗੁਰਮੁਖੋ ਅੱਜ ਦੇ ਦਿਨ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਪਾਤਸ਼ਾਹ ਜੀ 1713 ਸੰਮਤ ਦੇ ਵਿੱਚ ਸੋ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਔਰ ਮਾਤਾ ਕ੍ਰਿਸ਼ਨ ਕੌਰ ਜੀਆਂ ਦੀ ਕੁੱਖ ਤੋਂ ਸੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਅੱਜ ਦੇ ਦਿਨ ਪ੍ਰਕਾਸ਼ਮਾਨ ਹੋ ਕੇ 8ਵੀਂ ਜੋਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਤੇ ਇਸ ਜੋਤ ਦੇ ਮਾਲਕ ਬਣੇ ਮਹਾਰਾਜ ਸਾਹਿਬ ਜੀ ਉਸ ਵੇਲੇ ਕਿਰਪਾ ਹੋਈ ਹੈ। ਤੇ ਸਤਿਗੁਰਾਂ ਦਾ ਜਿਸ ਵੇਲੇ ਅਵਤਾਰ ਹੋਇਆ ਗੁਰਸਿੱਖਾਂ ਨੇ ਉਸ ਵੇਲੇ ਗੁਰੂ ਹਰਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਜੀ ਬੱਚੇ ਦਾ, ਇਸ ਬਾਲਕ ਦਾ, ਸਾਹਿਬਜ਼ਾਦੇ ਦਾ ਨਾਮ ਕੀ ਰੱਖਣਾ ਹੈ? ਉਸ ਵੇਲੇ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣਾ ਨਾਮ ਅੱਧਾ ਬਖਸ਼ਿਸ਼ ਕਰ ਦਿੱਤਾ। ਕਹਿਣ ਲੱਗੇ ਸਾਨੂੰ ਦੁਨੀਆ ਹਰ ਰਾਏ ਦੇ ਨਾਮ ਦੇ ਨਾਲ ਜਾਂਦੀ ਹੈ, ਅਸੀਂ ਅੱਧਾ ਨਾਮ ਆਪਣੇ ਬੱਚੇ ਨੂੰ ਬਖਸ਼ਿਸ਼ ਕਰਾਂਗੇ। ਆਪਣੇ ਨਾਮ ਦੇ ਵਿੱਚੋਂ ਹਰ ਸ਼ਬਦ ਜਿਹੜਾ ਹੈ ਉਹ ਸਤਿਗੁਰਾਂ ਨੇ ਆਪਣੇ ਪੁੱਤਰ ਨੂੰ ਬਖਸ਼ਿਸ਼ ਕੀਤਾ। ਤੇ ਨਾਲ ਹੀ ਕਹਿਣ ਲੱਗੇ ਇਹਨਾਂ ਦੀ ਮਾਤਾ ਦਾ ਨਾਮ ਕ੍ਰਿਸ਼ਨ ਕੌਰ ਹੈ, ਨਾਲ ਹੀ ਇਹਨਾਂ ਨੂੰ ਮਾਤਾ ਦਾ ਨਾਮ ਵੀ ਦੇਵਾਂਗੇ। ਇਸ ਤਰ੍ਹਾਂ ਮਾਤਾ ਪਿਤਾ ਦੇ ਨਾਮ ਨੂੰ ਮਿਲਾ ਕੇ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਨਾਮ ਜਿਹੜਾ ਬਖਸ਼ਿਸ਼ ਕੀਤਾ ਉਹ ਨਾਮ ਹੈ ਹਰ ਕ੍ਰਿਸ਼ਨ ਪਾਤਸ਼ਾਹ ਜੀ। ਇਸ ਤਰ੍ਹਾਂ 8ਵੇਂ ਪਾਤਸ਼ਾਹ ਜੀਆਂ ਦਾ ਨਾਮ 7ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਮੁਖ ਤੋਂ ਬਖਸ਼ਿਸ਼ ਕੀਤਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਬਚਨ ਸਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਸ ਦੁਨੀਆ ਦੇ ਵਿੱਚ ਕੀ ਹੋਇਆ ਕਰਦਾ ਸੀ ਵੀ ਔਰਤ ਨੂੰ ਜਿਹੜਾ ਹੈ ਘਰ ਦੀ ਦਾਸੀ ਨੌਕਰਾਨੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ, ਮਾੜਾ ਜਾਣਿਆ ਜਾਂਦਾ, ਤੁੱਛ ਜਾਣਿਆ ਜਾਂਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਕਿਉਂ ਮਾੜਾ ਕਹੀਏ ਜਿਸ ਤੋਂ ਰਾਜੇ ਪੈਦਾ ਹੁੰਦੇ, ਅਵਤਾਰ ਪੈਦਾ ਹੁੰਦੇ। ਉਸ ਬਚਨ ਨੂੰ ਮਹਾਰਾਜ ਜੀਆਂ ਨੇ ਅੱਗੇ ਹੋਰ ਵਧਾਉਣ ਵਾਸਤੇ, ਹੋਰ ਸਤਿਕਾਰ ਦੇਣ ਵਾਸਤੇ, ਮਾਣ ਦੇਣ ਵਾਸਤੇ ਇਸਤਰੀ ਜਾਤੀ ਨੂੰ ਗੁਰੂ ਹਰਰਾਏ ਸਾਹਿਬ ਜੀਆਂ ਦਾ ਇਹ ਬੜਾ ਵੱਡਾ ਕਦਮ ਹੈ। ਕਹਿਣ ਲੱਗੇ ਨਾਮ ਰੱਖਣਾ, ਜਿੱਥੇ ਅੱਧਾ ਨਾਮ ਅਸੀਂ ਆਪਣਾ ਦੇਵਾਂਗੇ ਉੱਥੇ ਅੱਧਾ ਨਾਮ ਇਹਨਾਂ ਦੀ ਮਾਤਾ ਦਾ ਵੀ ਲਿਆ ਜਾਏਗਾ। ਇਸ ਤਰ੍ਹਾਂ ਦੋ ਨਾਮ ਮਿਲਾ ਕੇ ਪਾਤਸ਼ਾਹ ਜੀਆਂ ਨੇ ਉਹ ਨਾਮ ਜਿਹੜਾ ਸੀ ਹਰ ਕ੍ਰਿਸ਼ਨ ਪਾਤਸ਼ਾਹ ਜੀਆਂ ਦਾ ਸਤਿਗੁਰੂ ਜੀਆਂ ਨੇ ਨਾਮਕਰਨ ਕੀਤਾ, ਨਾਮ ਬਖਸ਼ਿਸ਼ ਕੀਤਾ। ਇਸ ਤਰ੍ਹਾਂ 8ਵੇਂ ਪਾਤਸ਼ਾਹ ਮਹਾਰਾਜ ਜੀ ਸਤਿਗੁਰਾਂ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਮੁਖੋ ਅੱਜ ਦੇ ਦਿਨ ਪਾਤਸ਼ਾਹ ਜੀ ਪ੍ਰਗਟ ਹੋਏ ਸੰਗਤਾਂ ਦਾ ਭਲਾ ਕਰਨ ਵਾਸਤੇ। 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪ ਲਿਖਿਆ ਆਪਣੀ ਕਲਮ ਦੇ ਨਾਲ, ਆਪਾਂ ਬਚਨ ਪੜ੍ਹਦੇ ਹਾਂ,
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਇਹ ਬਚਨ ਕਿਸੇ ਕਵੀ ਨੇ ਨਹੀਂ ਲਿਖਿਆ ਜਾਂ ਕਿਸੇ ਦੁਨਿਆਵੀ ਬੰਦੇ ਦੀ ਕਲਮ ਦੇ ਨਾਲ ਨਹੀਂ ਲਿਖਿਆ ਗਿਆ। ਇਹ ਬਚਨ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪ ਆਪਣੇ ਹੱਥਾਂ ਦੇ ਨਾਲ। ਕਹਿਣ ਲੱਗੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਐਸੀ ਬਖਸ਼ਿਸ਼ ਵਾਲੇ ਨੇ, ਜੇ ਉਹਨਾਂ ਦਾ ਕਿਤੇ ਨਾਮ ਹੀ ਜਪ ਲਈਏ ਨਾ ਤੇ ਸਾਰੇ ਦੁੱਖ ਉਸੇ ਵੇਲੇ ਹੀ ਭੱਜ ਜਾਂਦੇ, ਚਲੇ ਜਾਂਦੇ, ਦੂਰ ਹੋ ਜਾਂਦੇ। ਜਿਵੇਂ ਪੰਜੋਖਰਾ ਸਾਹਿਬ ਦੀ ਧਰਤੀ ਤੇ ਉਹ ਬੋਲਾ ਵਿਅਕਤੀ ਰਹਿੰਦਾ ਹੈ, ਛੱਜੂ ਝੀਵਰ, ਨਾ ਬੋਲਿਆ ਜਾਂਦਾ, ਨਾ ਸੁਣ ਸਕਦਾ, ਨਾ ਕੋਈ ਦਿਮਾਗੀ ਹਾਲਤ ਠੀਕ ਹੈ, ਬੜਾ ਗਰੀਬ ਹੈ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਉਸ ਦੇ ਰੋਗ ਵੀ ਖਤਮ ਹੋ ਗਿਆ, ਗੀਤਾ ਦਾ ਗਿਆਨੀ ਬਣ ਗਿਆ। 10ਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਤਾਂ ਇਹ ਬਚਨ ਲਿਖੇ ਨੇ ਵੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਜਿਨ੍ਹਾਂ ਨੇ ਦਿਦਾਰਾ ਕੀਤਾ, ਜਿਨ੍ਹਾਂ ਨੇ ਉਹਨਾਂ ਦਾ ਨਾਮ ਜਪਿਆ ਨਾ, ਉਹਨਾਂ ਦੇ ਭਾਈ ਸਾਰੇ ਦੁੱਖ ਖਤਮ ਹੋ ਜਾਂਦੇ, ਨਾਸ ਹੋ ਜਾਂਦੇ। ਐਸੀ ਰਹਿਮਤ ਹੁੰਦੀ ਹੈ। ਆਪ ਸਰਬੱਤ ਸੰਗਤਾਂ ਨੂੰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਰਹਿਮਤ ਕਰਨ, ਸਾਡੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸੇ। ਦੇਹੋ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ।